अस्सलाम वालेकुम, मैं हूं आपका मेज़बान नली बदामी। नाज़रीन, ये बुजुर्ग इस वक्त मेरे साथ मौजूद हैं। इनसे हम जानते हैं कि ये किस तरह उबलते हुए तेल के अंदर अपनी एड़ी को रखते हैं और कई बीमारियों से लोगों को शिफा याब कर देते हैं। हमने वैसे तो बहुत सुना था कि तवीज़ धागे वाले बाबा जी होते हैं, बहुत सारे दम दरूद वाले के जरिए वो लोगों को शिफा याब करते हैं और उनको जो है ना आगे चलाते हैं। इनसे हम जानते हैं ये सिलसिला कब से ये कर रहे हैं जी। अस्सलाम वालेकुम वालेकुम अस्सलाम बेटे। बुजुर्गों, की हाल चाल है जी? अल्हम्दुलिल्लाह बेटे। ਬਜ਼ੁਰਗੋ, ਮੈਨੂੰ ਇਹ ਦੱਸੋ, ਇਹ ਸਿਲਸਿਲਾ ਕਦੋਂ ਤੋਂ ਸ਼ੁਰੂ ਹੈ? ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ? साढ़ा काम इंडिया तो आ रहा है, मेरा बच्चा आगे चौथी नस्ल च कर रहा है। ਅੱਛਾ, ਤੁਹਾਡਾ ਨਾਮ ਕੀ ਹੈ? ਪਹਿਲੇ ਮੈਨੂੰ ਆਪਣਾ ਤਾਰਫ ਕਰਵਾਓ, ਫਿਰ ਆਪਾਂ आगे करें। मेरा नाम है जी मौलवी मोहम्मद अशरफ, ठीक है। बस्ती हजूर साहब रनाला खुर्द। फोन नंबर मेरा 0301 अच्छा अच्छा 73 22 755। ਠੀਕ ਹੈ ਬਜ਼ੁਰਗੋ, ਮੈਨੂੰ ਇਹ ਦੱਸੋ ਕਿ ਇਹ ਕਿਸ ਤਰ੍ਹਾਂ ਤੁਸੀਂ ਇੱਕ ਤੇਲ ਦੇ ਵਿੱਚ ਏੜੀ ਰੱਖਦੇ ਹੋ ਤੇ ਕਿਹੜੀ ਕਿਹੜੀ ਮਰੀਜ਼ ਜੇ ਹੈ ਨਾ ਬਿਮਾਰੀ ਉਹਦਾ ਤੁਸੀਂ ਇਲਾਜ ਕਰਦੇ ਹੋ? अल्हम्दुलिल्लाह साढ़ा काम इंडिया तो आ रहा है बेटे, और मेरा बच्चा हुण चौथी नस्ल च कर रहा वे। ਇਹ ਅਸੀਂ ਕੁਰਾਨ ਸ਼ਰੀਫ ਦੇ ਵਿੱਚ ਨਾ ਤੇਲ ਖੌਲਦਾ ਹੁੰਦਾ ਹੈ, ਠੀਕ ਗਰਮ ਹੈ। ਨਹੀਂ ਹੁੰਦਾ। ਤੇਲ ਖੌਲਦਾ ਹੁੰਦਾ, ਪਾਉਂ ਤੇ ਇਹਦੇ ਵਿੱਚ ਅੱਗ ਵੀ ਤੱਕ ਯਾਨੀ ਕਿ ਸ਼ੋਲੇ ਤੱਕ ਨਿਕਲਦੇ ਨੇ। ਉਹ ਔਰ ਉਹੀ ਫਿਰ ਜਦ ਮਰੀਜ਼ ਦੇ ਲਗਾਈਦਾ ਨਾ ਤੇ ਮਰੀਜ਼ ਨੂੰ ਛਾਲੇ ਨਹੀਂ ਪੈਂਦੇ। ठीक मरीज है। मरीज खाइफ ਹੁੰਦਾ ਵੇ मैं सड़ जाऊंगा यूं फला से कई केसेस, मगर ऐसा कोई मसला नहीं। आजकल बहुत हो रहा है, छाती च कैंसर, रसौली, रहम च थैलियां, रसौली, ठीक है। हंजीर, गंभीर, नासूर वगैरह, हम्म, चंबल, औलाद ना हो रही होवे, अबॉर्शन हो जाती है। ये सारा ਅਸੀਂ कर रहे हैं माशाल्लाह, और बहुत अच्छा यानी कि अल्लाह ताला ਦਾ ਅੱਛਾ, ਰਿਜ਼ਲਟ है। ਉਹ ਕਿਹੜਾ ਤੇਲ ਹੈ ਜਿਹਨੂੰ ਤੁਸੀਂ ਉਬਾਲ ਕੇ ਤੇ ਮਰੀਜ਼ ਦੇ ਜਿਸਮ ਤੇ ਲਾਉਂਦੇ ਹੋ? ਤਿਲਾਂ ਦਾ ਤੇਲ ਹੁੰਦਾ। ਅੱਛਾ, ਉਹ ਤੇਲ ਕਿੱਥੋਂ ਮਿਲਦਾ ਹੈ? ਇੱਥੋਂ ਹੀ ਮਿਲ ਜਾਂਦਾ ਹਾਂ, ਹੈ? ਤੇਲ ਮਿਲ ਪੰਸਾਰੀ ਕੋਲ ਮਿਲ ਜਾਂਦਾ, ਆਮ ਜਗ੍ਹਾ ਤੋਂ। ਅੱਛਾ, ਉਹ ਹੁਣ ਤੱਕ ਪੰਜ ਤੁਸੀਂ ਕਿਹੜੇ-ਕਿਹੜੇ ਬੰਦਿਆਂ ਦਾ ਇਲਾਜ ਕਰ ਚੁੱਕੇ ਹੋ ਜਿਨ੍ਹਾਂ ਨੂੰ ਲੱਗਿਆ ਹੋਵੇ ਕਿ ਇਹਨਾਂ ਦਾ ਇਲਾਜ ਬੜਾ ਨਾਮੁਮਕਿਨ ਹੈ ਤੇ ਬੜਾ ਮੁਸ਼ਕਲ, ਉਹਨਾਂ ਤੋਂ ਬੜਾ ਫੇਰ-ਫੇਰ ਕੇ ਤੁਹਾਡੇ ਕੋਲ ਆਏ ਹੋ? ਬਹੁਤ ਨੇ, ਬਾਹਰ ਦੇ ਮੁਲਕੋਂ ਤੱਕ ਦੁਨੀਆ ਆਉਂਦੀ ਹੈ, ਪਾਕਿਸਤਾਨ ਪੂਰੇ ਚ ਆਉਂਦੇ ਨੇ ਲੋਕ ਬਾਗ। ਕੋਈ ਇੱਕ ਮੈਂ ਦੱਸਾਂ ਤੇ ਫਿਰ ਬਣੀ ਕਿ ਬੇਬਹਾ ਕਿਸਮ ਦੇ ਐਸੇ ਕੇਸਿਸ ਨੇ ਜਿਹੜੇ ਡਾਕਟਰ ਦੇ ਲਾ ਇਲਾਜ ਕੀਤੇ ਹੁੰਦੇ ਨੇ, ਬਲਕਿ ਕੱਟ ਕੀਤੇ ਹੁੰਦੇ ਨੇ, ਨਹੀਂ ਠੀਕ ਹੋਏ। ਅਲਹਮਦੁਲਿਲਾ ਕਈ ਮਰੀਜ਼ ਜਦੋਂ ਏਡੀ ਲੱਗਦੀ ਨੇ ਮੇਰੇ ਮਸਾਲੇ ਤੇ ਸੌਂ ਜਾਂਦੇ ਨੇ। ਅੱਛਾ, ਤੁਸੀਂ ਇੱਥੇ ਛੋਟੇ ਜਿਹੇ ਇੱਕ ਕਮਰੇ ਦੇ ਵਿੱਚ ਬੈਠੇ ਹੋ, ਇੱਕ ਬਾਰ ਜਿਹਾ ਦੇ ਵਿੱਚ ਬੈਠੇ ਹੋ। ਤੁਸੀਂ ਇਹ ਨਹੀਂ ਕਿਹਾ ਕਿ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਆਦਾ ਕਲੀਨਿਕ ਸ਼ਲੀਨਿਕ ਪਾਓ, ਉੱਥੇ ਲੋਕ ਆਉਣ, ਤੇ ਫੀਸ ਤੁਹਾਡੀ ਕਿੰਨੀ ਹੈ? ਮੈਂ ਬੇਟੇ ਮੈਨੂੰ ਅਮਰੀਕਾ, ਇੰਗਲੈਂਡ, ਜਰਮਨ ਦੀ ਆਫਰ ਹੋਈ, ਉਹਨੇ ਮੈਂ ਆਫਰ ਕੀਤੀ, मैंने गया। फिर नैसले ਨੂੰ 81 ਚ ਮੈਂ ਪਹਿਲੀ ਹਰਕਤ ਮੈਂ ਦਿੱਤੀ। ਅੱਜ ਮੇਰੇ ਉੱਤੇ ਲੱਖਾਂ ਚ ਤਨਖਾਹ ਸੀ। ਮੈਂ ਅੱਛਾ ਇਸ ਕੰਮ ਦੀ ਖਾਤਰ ਛੋੜ ਕੇ ਆਇਆ ਕਿਉਂਕਿ ਮੈਂ ਆਪਣੇ ਬਾਪ ਦਾ ਅਕੇਲਾ ਇਕਲੌਤਾ ਬੇਟਾ ਵਾਂ। ਅੱਛਾ ਤੇ ਫਿਰ ਇਹ ਕੰਮ ਕਿਸੇ ਨੇ ਕਰਨਾ ਸੀਗਾ ਤੇ ਮੈਨੂੰ ਮਜਬੂਰਨ ਰਿਜ਼ਾਈਨ ਕਰਨਾ ਪਿਆ। ਤੇ ਅੱਛਾ, ਇੱਥੇ ਵੀ ਅੱਲਾ ਦਾ ਕਰਮ ਹੈ ਮਾਸ਼ਾਅੱਲਾ, ਦੂਰੋਂ ਦੂਰੋਂ ਦੁਨੀਆ ਆਉਂਦੀ ਇੱਥੇ ਹੈ। ਬੈਠੇ ਹੋ ਤੁਹਾਨੂੰ ਕਿੰਨਾ ਅਰਸਾ ਹੋ ਗਿਆ? ਇੱਥੇ ਬੈਠੇ ਸਾਰੀ ਉਮਰ ਹੀ ਅਸੀਂ ਪੈਦਾ ਹੀ ਮੈਂ ਅੱਛਾ ਇਸੇ ਅੱਛਾ ਬਸਤੀ 'ਚ ਹੋਇਆ, ਇੱਥੇ ਜਵਾਨ ਹੋਣ, ਇੱਥੇ ਬੁੱਢੇ ਹੋ ਚੱਲੇ ਬੇਟੇ। ਅੱਛਾ, ਤੁਹਾਡੀ ਫੀਸ ਕਿੰਨੀ ਹੈ ਇਹ ਦੱਸੋ? ਜਿਹੜੇ ਆਉਂਦੇ ਨੇ ਤੁਹਾਡੇ ਕੋਲ ਆਉਣਾ ਚਾਹੁੰਦੇ ਤਾਂ ਉਹਨਾਂ ਦੀ ਫੀਸ ਕਿੰਨੀ ਹੈ, ਹਦੀਆ ਕਿੰਨੀ? एडी तो ਅਸੀਂ ਕੋਈ 100 200 ਲੈ ਲੈਣੇ ਆ। ਅਗਰ ਉਹਦੇ ਨਾਲ ਉਹਨੂੰ ਕੋਈ ਚੀਜ਼ ਦੇਣੀ ਹੈ ਹਾਂ ਮਰਦ ਦੇ ਹਿਸਾਬ ਨਾਲ, ਹਾਂ, ਉਹ ਇੱਕ ਫਿਰ ਅਲੱਗਾ ਜਿੰਨੀ ਕਿ ਦੇਣੀ ਹੈ ਜਾਂ ਉਹ ਜਿਸ ਕੀ ਤਰ੍ਹਾਂ ਕੀ ਦੇਣੀ ਚੀਜ਼ਾਂ ਹੈ। ਤੁਸੀਂ ਰੱਖੀਆਂ ਹੋਈਆਂ ਨੇ? ਇੱਕ ਮਰੀਜ਼ ਨੂੰ ਤੁਸੀਂ ਇਲਾਜ ਕਰਦੇ ਹੋ ਤੇਲ ਤੋਂ ਇਲਾਵਾ, ਤੇ ਨਾਲ ਕੀ ਕੀ ਚੀਜ਼ਾਂ ਦਿੰਦੇ ਹੋ? ਕੋਈ 100 ਯਾਨੀ ਦੇਸੀ ਨੇ ਬੇਟੇ, ਸਾਰੀਆਂ ਮੈਡੀਸਨ ਕੋਈ ਵੀ ਨਹੀਂ ਹੈ। ਅੱਛਾ, ਉਹ ਦੇਸੀ ਤੁਸੀਂ ਆਪ ਬਣਾਉਂਦੇ ਹੋ? ਉਹ ਹਾਂਜੀ, ਚੀਜ਼ਾਂ ਕਿੱਥੋਂ ਬਣਾਉਂਦੇ ਹੋ? ਕੀ ਕੀ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ? ਕਿਹੜੀਆਂ ਕਿਹੜੀਆਂ ਦਵਾਈਆਂ ਬਣਾਉਂਦੇ ਹੋ ਦੇਸੀ? ਪੰਸਾਰੀ ਕੋਲੋਂ ਲੈ ਕੇ ਨਾ ਹੂੰ। ਫਿਰ ਆਪ ਖੁਦ ਕੋਈ ਪਕਾਣੀ ਪੈਂਦੀ ਹੈ, ਕੋਈ ਕੁੱਟਣੀ ਪੈਂਦੀ ਬੇਟੇ। ਅੱਛਾ ਤੇ ਉਹ ਸਾਰਾ ਯਾਨੀ ਕਿ ਖੁਦ ਤਿਆਰ ਕਰਕੇ ਦੇਈਦਾ। ਅੱਛਾ, ਮੈਨੂੰ ਇਹ ਦੱਸੋ ਕਿਹੜੀ ਕਿਹੜੀ ਐਸੀ ਅੱਜ ਕੱਲ੍ਹ ਜ਼ਿਆਦਾਤਰ ਬਿਮਾਰੀ ਫੈਲੀ ਹੋਈ ਤੇ ਉਹਦਾ ਤੁਸੀਂ ਇਲਾਜ ਈਜ਼ੀਲੀ ਕਰ ਸਕਦੇ ਹੋ, ਤੇ ਜਿਹੜੇ ਐਸੇ ਵੇਖਣ ਵਾਲੇ ਨੇ ਉਹ ਪਰੇਸ਼ਾਨ ਹੈਗੇ ਨੇ ਉਹਨਾਂ ਚੀਜ਼ਾਂ ਤੋਂ, ਤੇ ਉਹ ਤੁਹਾਡੇ ਕੋਲ ਆਉਣ ਤੇ ਇਹਦਾ ਕੀ ਹੱਲ ਹੈ ਤੇ ਕਿੰਨੀ ਦੇਰ ਵਿੱਚ ਸ਼ਿਫਾਯਾਬ ਹੋ ਜਾਣ? ਬੱਚੀਆਂ ਅਨਮੈਰਿਡ ਨੇ, ਸ਼ਾਦੀशुदा ਨੇ, ਬੁੱਢੀਆਂ ਹੋਈਆਂ। ਅੱਜ ਕੱਲ੍ਹ ਛਾਤੀ ਦਾ ਕੈਂਸਰ, ਛਾਤੀ ਦੀ ਗਿਲਟੀ ਬਹੁਤ ਚੱਲ ਰਹੀ ਹੈ। ਉਹ ਸਾਡਾ ਸਾਰਾ ਹੀ ਬਗੈਰ ਆਪਰੇਸ਼ਨ ਇਲਾਜ ਅਲਹਮਦੁਲਿल्लाह। ਜਿਹਨੂੰ ਸ਼ੌਕਤ ਖਾਨਮ ਕਟਣਾ ਅਲਾਓ ਕਰ ਦਿੱਤਾ ਹੈ ਜਾਂ ਕਟਾ ਕੇ ਵੀ ਆਉਂਦੀਆਂ ਨੇ ਜੀ, ਮੈਂ ਆਪਣੇ ਹੱਥੀ ਉਹਨਾਂ ਦੇ ਕੀੜੇ ਕੱਢਦਾ ਰਿਹਾ ਬੇਟੇ। ਐਸਾ ਤੇ ਅਲਹਮਦੁਲਿल्लाह, ਔਰ ਮੇਰੇ ਕੋਲ ਡੇਲੀ ਤਕਰੀਬਨ ਜੋ ਮਰੀਜ਼ ਹੈ, ਕੋਈ ਦਿਨ ਐਸਾ ਹੋਣਾ ਜਿਹਨੂੰ ਕੋਈ ਛਾਤੀ ਦਾ ਮਰੀਜ਼ ਨਾ ਹੋ ਰਿਹਾ ਹੋਵੇ। ਹਾਂ ਬੇਵਹਾ ਨੇ ਹੁਣ ਵੀ ਮੇਰੇ ਕਈ ਇਲਾਜ ਚੱਲਦੇ ਪਏ ਨੇ, ਉਹਨੂੰ ਆਰਾਮ ਆਇਆ ਵੇ। ਉਹਨੂੰ ਦੇਖ ਕੇ ਪਰਸੋਂ ਇੱਕ ਉਹਦੀ दूसरी यानी कि एक रिश्तेदार आई, उन्हें भी सेम वही मसला वे। उन्हें क्या ना कि जाके मैं वहां से कराओ, मैं वहां से बची हूँ। तो साडा कोई इश्तिहार या टीवी ते कोई ऐसी चीज नहीं है। असि सिर्फ यानी कि दीवे तो दीवा ही चलता पिया वे, एक दूसरे ਨੂੰ ਦੱਸਦੇ ਨੇ ਤੇ ਚੱਲਦਾ। ਸਾਡਾ ਕੋਈ ਇਸ਼ਤਿਹਾਰ, ਕੋਈ ਮਸ਼ਹੂਰੀ ਕੁਛ ਨਹੀਂ ਹੈ। ਇਹ ਅੱਲਾ ਦਾ ਇਹਸਾਨ ਹੈ, ਕਿਸੇ ਨੂੰ ਕੁਛ ਮਿਲਦਾ ਪਿਆ ਵੇ ਤੇ ਲੋਕ ਬਾਗ ਆ ਰਹੇ ਨੇ ਬੇਟੇ। ਤੁਸੀਂ ਫੀਸ ਬੜੀ ਮਾਕੂਲ ਜੀ ਰੱਖੀ, ਇਹਦੇ ਵਿੱਚ ਬੰਦੇ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਅੱਜ ਕੱਲ੍ਹ ਦੀ ਜਿਤਨੀ ਮਹਿੰਗਾਈ ਹੈ।
ਤੇ ਮਰੀਜ਼ ਕਿੱਥੋਂ ਕਿੱਥੋਂ ਆਉਂਦੇ ਨੇ ਤੁਹਾਡੇ ਕੋਲ, ਤੇ ਜਿਹੜੇ ਪੱਕੇ ਪੱਕੇ ਮਰੀਜ਼ ਨੇ ਜਾਂ ਵੈਸੇ ਹੀ ਦੂਰੋਂ ਦੂਰੋਂ ਆਉਂਦੇ ਨੇ? नहीं वैसे ही दूर दूर आते हैं, कोई पक्के भी नहीं बैठे, हाँ। जिन माड़ी जी भी कोई खराश ही है वो हम्म, कहते उत्थे जाना है। बाहर के ममालिक के लोग बाग आते ने। हम्म, आज सुबह मेरे को मरीज लाहौरों आए ने, उन्होंने मेरी वो देखी है इंटरव्यू मेरा अच्छा। सऊदीया, ਉੱਥੋਂ ਉਹਨਾਂ ਨੇ ਕਾਲ ਕੀਤੀ ਕਿ ਇਹ ਬੰਦੇ ਨੂੰ ਦੇਖੋ ਕਿਤੇ ਉਹਨਾਂ ਦੇ ਔਲਾਦ ਨਹੀਂ ਹੈ। ਐਸਾਂ ਦੇ ਕੇਸਿਸ ਬਹੁਤ ਆਉਂਦੇ ਨੇ ਮੈਨੂੰ ਬੇਟੇ। ਇਹ ਦੱਸੋ ਬਾਬਾ ਜੀ, ਅੱਜ ਕੱਲ ਸ਼ੂਗਰ ਦੀ ਇੱਕ ਬੜੀ ਬਿਮਾਰੀ ਹੈ ਪਾਕਿਸਤਾਨ ਵਿੱਚ, ਹਰ ਤੀਸਰੇ ਬੰਦੇ ਨੂੰ ਸ਼ੂਗਰ ਹੋ ਰਹੀ ਹੈ, ਨੌਜਵਾਨ ਨਸਲ ਵਿੱਚ ਵੀ ਫੈਲ ਰਹੀ ਹੈ, ਅੱਗੇ ਵੀ ਜਾ ਰਹੀ ਹੈ, ਬਜ਼ੁਰਗਾਂ ਨੂੰ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਹੋ ਗਿਆ, ਇਹਦਾ ਤੁਹਾਡਾ ਕੀ ਇਲਾਜ ਹੈ ਤੇ ਕਿੰਨੀ ਦੇਰ ਵਿੱਚ ਬੰਦਾ ਇਹਦੀ ਸ਼ੂਗਰ ਤੋਂ ਜਾਨ ਛੁੱਟ ਸਕਦੀ, ਬਲੱਡ ਪ੍ਰੈਸ਼ਰ ਇੱਕ ਨਾਰਮਲ ਹੋ ਸਕਦਾ? ਮਰੀਜ਼ ਆਉਂਦੇ ਨੇ ਕਿਸੇ ਨੂੰ ਆਰਾਮ ਆਇਆ ਹੋਵੇ ਨਾ, ਉਹਦਾ ਬੜਾ ਇਤਕਾਦ ਹੋ ਜਾਂਦਾ ਖੁਦਾ ਦੇ ਬਸ ਸਾਰਾ ਕੁਝ ਨਾ, ਉਹ ਮੁਆਲਜ ਨੂੰ ਸਮਝਦਾ। ਉਹ ਬੜੇ ਸ਼ੌਕ ਨਾਲ ਪੁੱਛਦੇ ਨੇ ਕਿ ਬਾਬਾ ਜੀ ਆਪਣੇ ਕੋਲ ਸ਼ੂਗਰ ਦਾ ਵੀ ਇਲਾਜ ਹੈ? अच्छा। ਅਸੀਂ ठिब्बी दे दी है इस गल नहीं। मैं कह देना ना कि जो ये दावा करता है कि शुगर का इलाज है वो झूठ बोलता है। ਸ਼ੂਗਰ ਦਾ ਇਲਾਜ ਨਹੀਂ ਹੈ? बिल्कुल इनकी एहतियात है, इनका परहेज है बेटे। शुगर के बारे कोई दावा करे वो झूठ बोलता है बेटे। ਜਿਹੜੇ ਲੋਕ ਕਹਿੰਦੇ ਨੇ ਕਿ ਇਹ ਦਵਾਈਆਂ ਤੁਸੀਂ ਖਾ ਲਓ ਸ਼ੂਗਰ ਜੜ ਤੋਂ ਹੀ ਖਤਮ ਹੋ ਜਾਏਗੀ। बेटा जी थोड़ा सोचो ना कि तुसी ਲੈਂਟਰ पाना है, जो तक हम्म। दीवारा नहीं चुकोगे तो ਲੈਂਟਰ किस तरह पेगा? हम्म। दीवारा चुकनी पैनी। जो तो लबलबा ही खराब हो गया, हाँ। एक चीज पुर्जा ही खराब हो गया, तो तुसी किस तरह? आज मेरे को सुबह मरीज आए कहते ये चीनी बहुत खाता है, जितनी चाह होती है उतना उतनी चीनी खाता है। और एक और मरीज बैठ कहना जी चीनी ना ज्यादा खा के बेटी शुगर हो जाएगी। मैं कहा बाहरों शुगर खाना नहीं होती, ਜਦੋਂ ਪੁਰਜ਼ਾ ਖਰਾਬ ਹੋ ਜਾਏ, ਲਬਲਬਾ ਖਰਾਬ ਹੋ ਜਾਏ, ਫਿਰ ਬਾਹਰੋਂ ਖਾਣਾ ਜਿਹੜਾ ਨਾ ਉਹ ਨੁਕਸਾਨਦੇਹ ਹੈ। ਹਾਲਾਂਕਿ ਉਹ ਬੜੇ ਯਕੀਨ 'ਚ ਆਇਆ, ਅਸੀਂ ਉਹਨਾਂ ਨੂੰ 2 ਨੰਬਰ ਕਰੀਏ ਤਾਂ ਸਾਡੇ ਕੋਲ ਦਵਾਈ ਲੈ ਜਾਏਗਾ। ਅੱਛਾ, ਜਿਹੜਾ ਪੇਸ਼ੈਂਟ ਇਨਸੂਲਿਨ ਲਾ ਰਿਹਾ ਹਾਂ ਉਹ ਕਿਵੇਂ ਤੁਹਾਡੇ ਕੋਲ ਆਏ ਤੇ ਉਹਦੀ ਇਨਸੂਲਿਨ ਛੁੱਟ ਸਕਦੀ? ਬੇਟੇ ਵੈਸੇ ਤਾਂ ਬਹੁਤ ਇਲਾਜ ਨੇ, ਮਗਰ ਜਿਹੜਾ ਹੱਥ ਵਿੱਚ ਜਿਹੜਾ ਇਲਾਜ ਹੈ ਨਾ, ਹਾਂ। ਯਾਨੀ ਸ਼ੂਗਰ ਦਾ ਇਲਾਜ ਕਰਨ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਇਨਸਾਨੀਅਤ ਦੇ ਨਾਤੇ ਕਿ ਮੈਂ ਕਿਸੇ ਦੀ ਜ਼ਿੰਦਗੀ ਨਾਲ ਨਾ ਖੇਲਾਂ। ठीक है। अपने 4 पैसे सीधे करने वास्ते ना मैं किसी की जिंदगी नाल मत खेलना। वो एक तुसी उनकी मखलूक नूं धोखा देते हो, अल्लाह ताला इन्नी दे रहे इन्नी छोड़ दे रहे, तो तुसी क्यों 2 नंबरिंग करते हो? अच्छा, ਇਹਦਾ ਪ੍ਰੋਪਰ ਤੁਹਾਡੇ ਕੋਲ ਕੀ ਹੈ? अगर इंदा साडा ऐसा 2 नंबरिंग हुंदी ते मेरा बच्चा चौथी नस्ल च ना कर रहा हुंदा, कदे दा खत्म हो जांदा। कोई बुढ़ी लैके नस गया, कोई मझ कट्टा लैके नस गया। अल्हम्दुलिल्लाह ऐसा मसला ही नहीं बेटा जी। कोई जैसा 2 नंबरिंग हो रही है, नहीं नहीं नहीं, ऐसा ऐसा बिल्कुल नहीं है बेटे। और देखो मैं किन्नी सादा जगह ते बैठा वां, ਬਿਲਕੁਲ। कोई शीशे नहीं लगे, कोई ਤੁਹਾਡੇ ਐਸਟ ਕਿੰਨੇ ਨੇ, ਜ਼ਮੀਨਾਂ ਕਿੰਨੀਆਂ ਨੇ, ਗੱਡੀਆਂ ਕਿੰਨੀਆਂ ਨੇ, ਤੁਸੀਂ ਇੰਨੀ ਦੇਰ ਤੋਂ ਕੰਮ ਕਰ ਰਹੇ ਹੋ? कोई जमीन नहीं बेटे, कोई गड्डी नहीं है, मोटरसाइकिल है बस। ਅੱਛਾ, ਤੁਹਾਡੇ ਬੇਟੇ ਕਿੰਨੇ ਨੇ? मेरे 2 बेटे ने। ਅੱਛਾ, ਉਹ ਕੀ ਕਰਦੇ ਨੇ, ਪੜ੍ਹਦੇ ਨੇ ਕਿ ਉਹ ਵੀ ਇਹ ਕੰਮ? एक बेटा ऑनलाइन कर रहे थे, ਠੀਕ ਹੈ। छोटा है बीए भी है, और मेरे वाला काम यही करता है। ਤੇ ਤੁਸੀਂ ਕਿੰਨੀਆਂ ਜਮਾਤਾਂ ਪੜ੍ਹੇ? मैं एफए ਐਫਏ ਕੀਤਾ? हाँ। ਅੱਛਾ, ਐਂਡ ਦੇ ਆਡੀਅנס ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਜਿਹੜੇ ਬਿਮਾਰ ਨੇ, ਜਿਹੜੇ ਪਰੇਸ਼ਾਨੀ ਨੇ, ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ, ਕਿ ਹਰ ਕੋਈ ਨਾ ਕੋਈ ਬਿਮਾਰੀ ਵਿੱਚ ਮੁਬਤਲਾ ਹੈ ਤੇ ਉਹਦਾ ਇਲਾਜ ਨਹੀਂ ਹੋ ਰਿਹਾ ਤੇ ਖਰਚੇ ਹੋਈ ਜਾ ਰਹੇ ਨੇ? मैं एक रिक्वेस्ट करांगा, पुरजोर रिक्वेस्ट करांगा कि मेरे वाल साहब दुआ च एक शेर पढ़ते हुंदे सी, तेरा नाम है मौला गफूरुर रहीम, मर्ज ला दुआओं का तू ही है हकीम। ए सामने रखे ना, तुम उन्होंने अपनी खिदमत पेश करो, शफा अल्लाह ताला ने देनी। और कई मर्द ऐसे होंगे ने श्योर यानी कि साढ़े ने कोई नहीं, मगर फिर भी अल्लाह वाले रुजू करना पैना, शफा उन्हें देनी है। तो अगर इस तरह होता फिर मुंह मंगी दौलत मंग लेंगे बेटे, और मैं शायद आज झुग्गी च ना बैठा होंदा। मेरा अपना डेयरी फार्म बनया होंदा, बकरियां दा मैं रखी होंदी सारा कुछ। ऐनी कोई मुर्गा दे दो जी, कोई कट्टा दे दो जी। 17 बेटियां दे बेटा है, 339 गांव बेटा समुद्री दे कोल, उत्थे 17 बेटियां दे बेटा आया। बड़ी गल है जी। 17 बेटियां दे बेटा होया बेटे, और उहदे कोल मझ डंगर ते बड़ी दूर दी गल है कि उहदे कोल असीं उहदे कोलों जमीन भी मंगदे, ਉਹ बल्ला हस के दिंदा। ਜਦੋਂ ਪਿੰਡ ਦਾ ਨੰਬਰਦਾਰ ਵੀ ਸੀ ਤੇ ਸਮੁੰਦਰੀ शहर च भी उनकी दुकाना भी थी, ਅਸੀਂ उन्होंने लोगों चो नहीं। जी नाज़रीन, ये बुजुर्ग हमारे साथ मौजूद थे जो जंगल में बैठे हुए, रिनाला खोर्द के एक शहर के साथ रिनाला खोर्द में ये बैठे हुए हैं। और इस बंदे की आप सादगी देखें कि पूरी उम्र गुजर गई, अभी एक बाइक पर रहते हैं और एक सादा सी झुग्गी के अंदर ये बैठे हैं, और पूरी दुनिया से लोग इनके पास इलाज करवाने आते हैं। अगर आपका भी कभी इस चक्कर लगे या आप परेशान हैं तो आप इनके पास ज़रूर रुजू कीजिएगा। इसी के साथ अपने मेज़बान को इजाज़त दीजिएगा। अल्लाह निगहबान।